ਅਸੀਂ ਫਰੰਟ ਟਾਇਰ ਦੇ ਸਾਈਜ਼ ਤੋਂ ਸਟਾਰਟ ਕਰਨੇ ਆ। ਪਹਿਲੇ ਵੀ ਬਹੁਤ ਸਾਰੀ ਵੀਡੀਓਜ਼ ਇੱਥੇ ਬਣੀਆਂ 11/2/24 ਜੀ ਜੀ 11/2/24 ਇਹਦਾ ਫਰੰਟ ਟਾਇਰ ਸਾਈਜ਼ ਹੈ। ਮੈਂ ਇਹ ਗੱਲ ਕਰ ਰਿਹਾ ਸਾਂ ਕਿ ਅਸੀਂ ਟਾਇਰ ਸਾਈਜ਼ ਨੂੰ ਸਟੈਂਡਰਡਾਈਜ਼ ਕੀਤਾ ਜਿਹੜੇ ਲੋਕਲ ਮਾਰਕੀਟ 'ਚ ਮੌਜੂਦ ਟਰੈਕਟਰ ਸਨ ਉਹਨਾਂ ਦੇ ਟਾਇਰ ਸਾਈਜ਼ ਦੇ ਨਾਲ। 4x4 ਜਿਹੜਾ ਆਪਣੇ ਲੋਕਲ ਹੈ। ਹਾਂ, ਅਸੀਂ ਕੋਸ਼ਿਸ਼ ਇਹ ਕੀਤੀ ਪਿਛਲਾ ਟਾਇਰ ਵੀ ਸੇਮ ਉਸ ਜਿਹੜਾ ਲੋਕਲ ਇੱਥੇ ਮਿਲ ਜਾਏ ਤਾਂ ਕਿ ਕਿਸਾਨ ਨੂੰ ਇਸ ਹਵਾਲੇ ਨਾਲ ਪਰੇਸ਼ਾਨੀ ਨਾ ਹੋਏ ਕਿ ਯਾਰ ਇੱਕ ਹੀ ਬੰਦਾ ਬੈਠਾ ਹੈ ਜਾਂ ਇੱਕ ਬੰਦਾ ਸਾਡਾ ਬਹਾਵਲਪੁਰ ਜਾਂ ਸਿੰਧ ਜੇ ਟਰੈਕਟਰ ਲੈ ਗਿਆ ਤਾਂ ਹੁਣ ਮਰੀਦਕੇ ਨੂੰ ਪਰਸੂ ਕਰੇ ਜਾਂ ਉਹ ਲੋਕਲ ਜਿੱਥੇ ਡੀਲਰ ਉਹਦੇ ਵਾਸਤੇ ਮੁਸ਼ਕਿਲ ਨਾ ਹੋਏ ਲੋਕਲ ਇੰਡਸਟਰੀ 'ਚੋਂ ਚੀਜ਼ਾਂ ਮਿਲਣ। ਪਿਛਲਾ 18/4/30 ਹੈ ਕਿ ਨਹੀਂ, ਪਿਛਲਾ ਸਾਡਾ 16/9/30 ਹੈ। 16/9/30 ਜਿਹੜਾ ਜੀ ਪੰਜਾਬ ਦਾ ਲੋਕਲ 75। ਹਾਂ 16/9/30 ਲੋਕਲ 75 ਦੀ ਤਰ੍ਹਾਂ ਇਹਨੂੰ ਅਸੀਂ ਕੀਤਾ। ਆਓ ਜੀ ਫਰੰਟ ਤੇ ਫਿਰ ਆਓ ਜੀ ਇਧਰ ਫਰੰਟ ਤੇ weight ਨਾਲ ਦੇ ਰਹੇ ਹੋ। ਹਾਂ, ਫਰੰਟ weight ਨਾਲ ਦਿੱਤੇ ਨੇ ਜੀ ਟਰੈਕਟਰ ਦੇ ਔਰ ਉਹਦੇ ਵਿੱਚ ਜਿਹੜਾ ਇੱਕ weight ਦਾ ਵਜ਼ਨ ਹੈ ਉਹ ਇਸ ਸਾਈਡ ਤੇ ਤੁਸੀਂ ਦਿਖਾਓ ਕਿ 1 2 3 4 5 6 7 weight ਜਿਹੜੇ ਲੱਗੇ ਨੇ ਔਰ ਇੱਕ ਦਾ weight ਜਿਹੜਾ ਮੇਰਾ ਖਿਆਲ ਹੈ 36 kg ਹੈ ਨਾ ਜੀ। ਆ ਲਓ ਹਾਂ ਜੀ 36 kg ਇੱਕ weight ਦਾ ਵਜ਼ਨ ਜੀ। ਆ ਫਰੰਟ weight ਨਾਲ ਤੁਸੀਂ ਸਮਝਦੇ ਹੋ ਕਿ ਟਰੈਕਟਰ ਦੀ ਵਰਕਿੰਗ ਜਿਹੜੀ ਉਹ ਬਿਹਤਰ ਹੁੰਦੀ ਹੈ, ਟਰੈਕਸ਼ਨ ਵੱਧਦੀ ਹੈ, ਟਰੈਕਟਰ ਦੀ ਖਿਚਾਈ ਬਿਹਤਰ ਹੁੰਦੀ ਹੈ। ਠੀਕ ਹੈ ਨਾ ਜੀ, ਉਹ ਇਹਦੇ ਨਾਲ ਮੌਜੂਦ ਨੇ। ਬੜੀ ਸਟਰੋਂਗ ਔਰ ਬੜੀ ਪਾਇਦਾਰ ਜਿਹੜੀ ਇਹ 4x4 ਦੀ ਅਸੈਂਬਲੀ ਟਰੈਕਟਰ ਦਾ ਮਟੀਰੀਅਲ ਫਿਨਿਸ਼ਿੰਗ ਉਹ ਤੁਸੀਂ ਵਿਜ਼ੂਅਲੀ ਦੇਖਦੇ ਹੋ ਨਜ਼ਰ ਆ ਰਹੀ ਹੈ। ਟਰੈਕਟਰ ਦੀ ਪਲੇਟ ਤੋਂ ਸਾਡਾ ਜਿਹੜਾ ਨਾ ਜੀ ਇਸ ਟਰੈਕਟਰ ਦਾ ਵਜ਼ਨ ਬੜਾ ਵਾਜ਼ੇ ਆ ਔਰ ਟਰੈਕਟਰ ਦੀ ਇੰਜਨ ਪਾਵਰ ਜਿਹੜੀ ਹੈ ਉਹ ਲਿਖੀ ਹੈ 55.8 ਕਿਲੋਵਾਟ। ਠੀਕ ਹੈ ਜੀ, ਔਰ ਇਹ ਸਾਡਾ ਪ੍ਰਿੰਸੀਪਲ ਜਿਹੜਾ ਥੱਲੇ ਮੈਂ ਜਿਹਦਾ ਜ਼ਿਕਰ ਕੀਤਾ ਪਹਿਲੇ ਤਾਰਫ ਦੇ ਵਿੱਚ ਵੀ ਕਿ ਇਹ ਜਿਆਂਗਸੂ ਵਰਲਡ ਐਗਰੀਕਲਚਰ ਮਸ਼ੀਨਰੀ ਕੰਪਨੀ ਹੈ ਜਿਹੜੀ ਚਾਈਨਾ ਦੀ ਇੱਕ ਵੱਡੀ ਕੰਪਨੀ ਹੈ 1996 ਤੋਂ ਜਿਹੜੀ ਮੁxtਲਿਫ ਕੰਟਰੀਜ਼ ਦੇ ਵਿੱਚ ਆਪਣੀ ਐਗਰੀ ਮਸ਼ੀਨਰੀ ਭੇਜ ਰਹੀ ਹੈ। ਸਾਡਾ ਇਹ ਜੀ ਇਹਦਾ ਡਰਾਈ 에ਅਰ ਫਿਲਟਰ ਹੈ। ਠੀਕ ਹੈ, ਔਰ ਹੈਵੀ ਡਿਊਟੀ 에ਅਰ ਫਿਲਟਰ ਲਾਇਆ ਹੈ ਔਰ ਡਰਾਈ ਹੈ ਇਹਦੀ ਕੁਆਲਿਟੀ ਫਿਲਟਰ ਦੀ ਔਰ ਅਸੀਂ ਇਹ ਵੀ ਅਲਹਮਦੁਲਿਲਾ ਲੋਕਲ ਡਿਵੈਲਪ ਕਰ ਲਿਆ ਤਾਂ ਕਿ ਜ਼ਿਮੀਂਦਾਰ ਨੂੰ ਕਮ ਕੀਮਤ 'ਚ ਔਰ ਥੋੜੇ ਟਾਈਮ 'ਚ ਦਸਤਿਆਬ ਹੋਏ ਜਗ੍ਹਾ ਤੋਂ। ਗਾਰਡ ਫਿਲਟਰ ਹਰ ਤਹਿਸੀਲ 'ਚੋਂ ਹਰ ਪਿੰਡ 'ਚੋਂ ਹਰ ਸਿਟੀ 'ਚੋਂ ਮਿਲਦਾ ਹੈ। ਇਹ ਡਰਾਈ 에ਅਰ ਫਿਲਟਰ ਦੇ ਨਾਲ ਫਿਰ ਰੇਡੀਏਟਰ ਦਾ ਵੋਲੀਅਮ ਸਾਡੇ ਲੋਕਲ ਤੋਂ ਜ਼ਿਆਦਾ ਹੈ। ਟਰੈਕਟਰ ਦਾ ਜਿਹੜਾ ਕੂਲਿੰਗ ਸਿਸਟਮ ਹੈ ਇਹਨੂੰ ਅਸੀਂ ਓਪਨ ਕਰ ਲੈਂਦੇ ਹਾਂ। ਠੀਕ ਹੈ ਜੀ, ਟਰੈਕਟਰ ਦੇ ਵਿੱਚ ਇਹ ਡਰਾਈ 에ਅਰ ਬੈਟਰੀ, ਇਸ ਬੈਟਰੀ ਦੀ ਲਾਈਫ ਵੀ ਸਾਡੇ ਲੋਕਲ ਤੋਂ ਮਤਲਬ ਢੇਰ ਜ਼ਿਆਦਾ ਹੈ। ਡਰਾਈ ਬੈਟਰੀ ਇਹਦਾ ਪਾਵਰ ਸਵਿਚ ਲੱਗਾ ਹੈ ਟਰੈਕਟਰ ਨੂੰ। ਅਗਰ ਤੁਸੀਂ ਜ਼ਿਆਦਾ ਟਾਈਮ ਵਾਸਤੇ ਟਰੈਕਟਰ ਯੂਜ਼ 'ਚ ਨਹੀਂ ਹੈ, ਵਰਕਿੰਗ 'ਚ ਨਹੀਂ ਹੈ ਤੇ ਤੁਹਾਡੀ ਬੈਟਰੀ ਡਰੇਨ ਨਾ ਹੋਏ ਤੁਸੀਂ ਇਹਨੂੰ ਮਤਲਬ ਇੱਥੋਂ ਉਹਨੂੰ ਕੱਟ ਆਫ ਕਰ ਸਕਦੇ ਹੋ ਉਹਦੇ ਕਰੰਟ ਨੂੰ। ਇੱਥੇ ਤੁਹਾਨੂੰ ਦੱਸਣਾ ਹੈ ਇੰਟਰਕੂਲਰ ਵੀ ਇਹਦੇ ਵਿੱਚ ਲੱਗਿਆ ਹੈ ਜੀ। ਹਾਂਜੀ ਬਿਲਕੁਲ, ਇਸ ਟਰੈਕਟਰ ਜਿਹੜਾ ਜੀ ਟਰਬੋ ਪਲੱਸ ਇੰਟਰਕੂਲਰ ਹੈ ਇਹ ਦੇਖੋ ਇਹ ਪਹਿਲੇ ਵੀ ਇੱਥੇ ਵੀਡੀਓ ਬਣੀ ਕਿ ਸਾਡੇ ਓਵਰਫਲੋ ਵਾਸਤੇ ਇੱਕ ਸਾਡੀ ਇਹ ਅਲੱਗਾ ਤੋਂ ਇੱਕ ਬੋਟਲ ਜਿਹੜੀ ਦਿੱਤੀ ਗਈ ਹੈ। ਠੀਕ ਹੈ ਜੀ, ਟਰੈਕਟਰ ਦਾ ਰੇਡੀਏਟਰ ਦਾ ਜਿਹੜਾ ਉਹਦਾ ਵੋਲੀਅਮ ਦੀ ਜਿਹੜੀ ਕਪੈਸਿਟੀ ਹੈ ਵਾਟਰ ਨੂੰ ਰਿਟੇਨ ਕਰਨ ਦੀ ਉਹ ਸਾਡੇ ਲੋਕਲ ਤੋਂ ਜ਼ਿਆਦਾ ਹੈ। ਇਹਦਾ ਕੂਲਿੰਗ ਸਿਸਟਮ ਸਾਡੇ ਟਰੈਕਟਰ ਦਾ ਅਲਹਮਦੁਲਿਲਾ ਬਹੁਤ ਬਿਹਤਰ ਹੈ। ਠੀਕ ਹੋ ਗਿਆ, ਟਰੈਕਟਰ ਲੌਂਗ ਰਨ ਵੀ ਚੱਲਦਾ ਤੇ ਟਰੈਕਟਰ ਹੀਟ ਨਹੀਂ ਹੁੰਦਾ। ਇਹ ਟਰਬੋ ਨਾਲ ਇੰਸਟਾਲ ਕੀਤੀ ਟਰਬੋ ਪਲੱਸ ਇੰਟਰਕੂਲਰ ਇਹਦੇ ਵਿੱਚ ਆ ਚੈੱਕ ਕਰੋ ਜੀ। ਅੱਛਾ ਜੀ, ਅੱਛਾ ਆਸਫ ਭਾਈ ਮਜ਼ੀਦ ਤੁਸੀਂ ਸਾਡੇ ਜ਼ਿਮੀਂਦਾਰਾਂ ਨੂੰ ਇਹ ਵੀ ਦੱਸ ਦੇਣਾ, ਚਲੋ ਸਾਨੂੰ ਪਤਾ ਵੀ ਕਈ ਜ਼ਿਮੀਂਦਾਰਾਂ ਨਹੀਂ ਵੀ ਪਤਾ ਹੋਏਗਾ। ਹਾਂ, ਆਇਲ ਕੂਲਰ ਤੇ ਇੰਟਰਕੂਲਰ ਦੇ ਵਿੱਚ ਫਰਕ ਦੱਸ ਦਿਓ ਨਾਲ, ਕਿਉਂਕਿ ਇਹਦੇ ਵਿੱਚ ਤੁਸੀਂ ਇੰਟਰਕੂਲਰ ਇੰਸਟਾਲ ਕੀਤਾ ਹੈ। ਸਾਡੇ ਲੋਕਲ ਅੱਜ ਕੱਲ੍ਹ ਆਇਲ ਕੂਲਰ ਨਾਲ ਇੰਸਟਾਲ ਕਰਦੇ ਪਏ। ਇੰਟਰਕੂਲਰ ਆਇਲ ਕੂਲਰ ਦੇ ਵਿੱਚ ਵਾਜਾ ਕੋਈ ਫਰਕ ਸਾਡੇ ਜ਼ਿਮੀਂਦਾਰਾਂ ਨੂੰ ਤੁਸੀਂ ਦੇਖੋ ਇਹ ਸਾਡੀ ਟਰਬੋ ਔਰ ਜਿਹੜਾ ਆਇਲ ਕੂਲਰ ਹੈ ਇਹਨਾਂ ਨੂੰ ਆਪਸ 'ਚ ਸਾਡੇ ਇੰਜਨ ਨੂੰ ਠੰਡਾ ਰੱਖਣ ਵਾਸਤੇ ਇੱਕ ਆਇਲ ਕੂਲਰ ਮੈਂ ਸਮਝਦਾ ਕਿ ਜਿਹੜਾ ਇੰਟਰਕੂਲਰ ਹੈ ਉਹ ਸਾਡੇ ਆਇਲ ਕੂਲਰ ਤੋਂ ਮੋਰ ਐਫੀਸ਼ੀਐਂਟ ਔਰ ਐਡਵਾਂਸ ਫਾਰਮ ਹੈ ਜਿਹੜਾ ਟਰੈਕਟਰ ਨੂੰ ਮਜ਼ੀਦ ਜਿਹੜਾ ਨਾ ਉਹ ਕੂਲ ਰੱਖਦਾ ਉਹਦੇ ਵਰਕਿੰਗ ਦੇ ਦੌਰਾਨ ਨਾ। ਆਇਲ ਕੂਲਰ ਵੀ ਬਿਹਤਰ ਜਿਹੜਾ ਟਰੈਕਟਰ ਦੀ ਐਫੀਸ਼ੀਐਂਸੀ ਨੂੰ ਬਿਹਤਰ ਕਰਦਾ ਬਟ ਉਹਦੇ ਨਾਲੋਂ ਜਿਹੜੀ ਬਿਹਤਰ ਚੀਜ਼ ਹੈ ਉਹ ਸਾਡਾ ਟਰਬੋ ਪਲੱਸ ਇੰਟਰਕੂਲਰ ਜਿਹੜਾ ਟਰੈਕਟਰ ਦੀ ਜਿਹੜੀ ਖਿਚਾਈ ਹੈ ਔਰ ਟਰੈਕਟਰ ਦੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਬਿਹਤਰ ਕਰਦਾ। ਹਾਂਜੀ ਜੀ, ਇੰਟਰਕੂਲਰ ਦੇ ਵਿੱਚ ਜੀ ਹਵਾ ਨਾ ਠੰਡਾ ਹੁੰਦਾ ਤੇ ਆਇਲ ਕੂਲਰ ਜਿਹੜਾ ਨਾ ਉਹ ਆਇਲ ਠੰਡਾ ਕਰਕੇ ਦੇ। ਹਾਂ ਬਿਲਕੁਲ, ਇਹ 'ਚ 에ਅਰ ਸਾਡੀ ਯੂਜ਼ ਹੁੰਦੀ ਹੈ। ਇਹ ਆ ਜਾਂਦਾ ਜੀ, ਇਹ ਕਿੰਨੇ ਹਾਰਸ ਪਾਵਰ? 75 ਹਾਰਸ ਪਾਵਰ। ਇਹ 75 ਹਾਰਸ ਪਾਵਰ ਹੈ ਜੀ। ਠੀਕ ਹੈ ਜੀ, 4 ਸਿਲੰਡਰ ਹੈ ਜੀ। 4 ਸਿਲੰਡਰ ਇਹ ਪਲੰਜਰ ਪੰਪ ਦੇ ਨਾਲ ਸਾਡਾ ਇਹ 4 ਸਿਲੰਡਰ 4 ਸਿਲੰਡਰ ਆ ਜਾਂਦਾ। ਵੈਰੀ ਗੁੱਡ। ਟੈਂਕ ਜਿਹੜਾ ਸਾਡਾ ਡੀਜ਼ਲ ਟੈਂਕ ਹੈ ਕਿ ਬਾਰ-ਬਾਰ ਸਾਨੂੰ ਜਿਹੜੇ ਨਾ ਉਹ ਰੀਫਿਲਿੰਗ ਦੀ ਲੋੜ ਨਾ ਪਏ। ਇਸ ਟੈਂਕ ਦੀ ਕਪੈਸਿਟੀ ਵੀ ਸਾਡੇ ਲੋਕਲ ਤੋਂ ਜ਼ਿਆਦਾ ਹੈ। ਵੈਰੀ ਗੁੱਡ। ਠੀਕ ਹੈ ਜੀ, ਉਸ ਤੋਂ ਬਾਅਦ ਕਿੰਨੇ ਲੀਟਰ ਦਾ ਜੀ ਆਇਲ ਟੈਂਕ ਹੈ? ਇੱਕ ਹੀ ਹੈ ਕਿ ਦੋ ਨੇ ਪਿੱਛੇ? ਨਹੀਂ, ਇਹਦਾ ਟੈਂਕ ਬਹੁਤ ਬੜਾ ਹੈ, ਨੀਚੇ ਤੱਕ ਟੈਂਕ ਹੈ ਔਰ ਇਹਦੇ ਵਿੱਚ ਲੇਅਰਸ ਨੇ ਇਸ ਟੈਂਕ 'ਚ ਨਾ ਜੀ। ਇਹਦੀ ਕਪੈਸਿਟੀ ਜਿਹੜੀ ਹੈ ਆਇਲ ਟੈਂਕ ਦੀ ਸਾਡੇ ਲੋਕਲ ਤੋਂ ਬਹੁਤ ਬੜਾ ਟੈਂਕ ਲੱਗਾ ਹੈ। ਹੁਣ ਸਾਡੇ ਲੋਕਲ ਜਿਹੜੇ ਲੋਕਲ ਅਸੈਂਬਲਰ ਨੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਲੋਹੇ ਦੇ ਟੈਂਕ ਨੂੰ ਛੱਡ ਕੇ ਔਰ ਅਸੀਂ ਇਹਦੇ ਵਿੱਚ ਸ਼ਿਫਟ ਹੋ ਜਾਈਏ ਕਿਉਂਕਿ ਇਹਦੇ ਵਿੱਚ ਪ੍ਰੋਬਲਮ ਇਹ ਆਉਂਦਾ ਹੈ ਕਿ ਜਿਹੜਾ ਮਤਲਬ ਇਹਦੇ 'ਚ ਜ਼ੰਗ ਲੱਗਣਾ ਔਰ ਕਚਰਾ ਜਾਣਾ ਉਹ ਚੀਜ਼ਾਂ ਤੋਂ ਪਾਕ। ਹਾਂਜੀ, ਇਹਦੇ ਨੀਚੇ ਕਵਰ ਦਿੱਤਾ ਗਿਆ ਤਾਂ ਕਿ ਨੀਚੋਂ ਟੈਂਕ ਡੈਮੇਜ ਨਾ ਹੋਏ। ਇਹ ਤੋੜ ਤੱਕ ਸਾਡੀ ਲੋਹੇ ਦੀ ਪੱਟੀ ਇਹਦੇ ਨੀਚੇ ਜਿਹੜੀ ਹੈ ਉਹ ਮੌਜੂਦ ਹੈ।
ਅੱਛਾ ਇਹਦੀ ਗਰਾਊਂਡ ਕਲੀਅਰੈਂਸ ਮੈਂ ਦੇਖੀ ਕਾਫੀ ਹੈ ਥੱਲੇ। हाँ ग्राउंड क्लियरेंस बेहतर है, ट्रैक्टर की ग्राउंड क्लियरेंस माशाल्लाह अच्छी है। ਠੀਕ ਹੋ हाँ ਬਾਕੀ ਜੀ ਬਾਕੀ ਗੇਅਰ ਟਰਾਂਸਮਿਸ਼ਨ ਦੇ ਬਾਰੇ ਦੱਸ ਦਿਓ। ਹਾਂ ਟਰਾਂਸਮਿਸ਼ਨ ਜਿਹੜੀ ਹੈ ਸਾਡੀ ਉਹ ਸ਼ਟਲ ਗੇਅਰ ਸਿਸਟਮ ਹੈ। ਇਹਦੇ ਵਿੱਚ ਸਾਈਡ ਸ਼ਿਫਟਰ ਗੇਅਰ ਨੇ, ਮਤਲਬ ਸਾਡਾ ਕਿਉਂਕਿ ਅਸੀਂ ਕਈ ਦਹਾਈਆਂ ਤੋਂ ਅਸੀਂ ਉਹੀ ਗੇਅਰ ਯੂਜ਼ ਕਰ ਰਹੇ ਹਾਂ ਜਿਹੜੇ ਮਤਲਬ ਅਸੀਂ 1960 ਤੋਂ ਇਸਤੇਮਾਲ ਕਰ ਰਹੇ ਸਾਂ, ਬਟ ਜਿਹੜੀ ਲੇਟੈਸਟ ਹੁਣ ਸਾਈਡ ਸ਼ਿਫਟਰ ਗੇਅਰ ਨੇ, ਸ਼ਟਲ ਗੇਅਰ ਸਿਸਟਮ ਹੈ ਕਿ ਜਿੰਨੇ ਤੁਹਾਡੇ ਫਾਰਵਰਡ ਗੇਅਰ ਸ਼ਿਫਟ ਹੁੰਦੇ ਨੇ ਉਨੇ ਹੀ ਸਾਡੇ ਬੈਕਵਰਡ। ਸਾਡਾ ਇਹ ਟਰੈਕਟਰ 12 ਅੱਗੇ ਤੇ ਔਰ 12 ਪਿੱਛੇ, 12 ਫਾਰਵਰਡ ਔਰ 12 ਰਿਵਰਸ ਸਾਨੂੰ ਮਿਲਦੇ ਨੇ, ਮਤਲਬ ਲੋ ਮੀਡੀਅਮ ਲੋ ਹਾਈ ਦੇ ਨਾਲ ਸਾਡੀ ਇਹਦੇ ਵਿੱਚ ਅਸੀਂ ਉੱਤੇ ਦੇਖ ਲੈਂਦੇ ਹਾਂ ਜੀ ਟਰਾਂਸਮਿਸ਼ਨ ਜਿਹੜੀ ਹੈ 3 ਤਰ੍ਹਾਂ ਦੀ ਸਾਡੀ ਆਪਸ਼ਨਸ ਨੇ, ਲੋ ਮੀਡੀਅਮ ਔਰ ਹਾਈ। 3 ਤਰ੍ਹਾਂ ਦੀਆਂ ਸਪੀਡਾਂ ਸਾਨੂੰ ਮਿਲਦੀਆਂ ਨੇ ਔਰ ਤਿੰਨਾਂ ਦੇ ਨਾਲ ਮੈਂ ਕਿਹਾ ਕਿ 4 ਤੇ 12 ਗੇਅਰ ਸਾਨੂੰ ਫਾਰਵਰਡ ਮਿਲਦੇ ਨੇ ਔਰ 12 ਹੀ ਫਿਰ ਰਿਵਰਸ ਮਿਲਦੇ ਨੇ। ਸ਼ਟਲ ਗੇਅਰ ਸਿਸਟਮ ਇਹ ਸਾਡੇ ਇਹਦੇ ਵਿੱਚ ਡਬਲ ਸਟੇਜ ਕਲਚ ਮਿਲਦਾ ਹੈ। ਸਾਡੇ ਪੀਟੀਓ ਦੇ ਸਾਨੂੰ 2 ਆਪਸ਼ਨ ਮਿਲਦੇ ਨੇ 540 ਔਰ 1000। ਠੀਕ ਹੈ ਜੀ। 75 ਦੇ ਵਿੱਚ 2 ਨੇ ਤੇ ਹਾਂ। ਆਪਣਾ 110 ਹੈ, ਉਹ 'ਚ 3 ਨੇ, ਉਹਦੇ 'ਚ 3 ਨੇ, ਉਹ 'ਚ 3 ਜਿਹੜਾ 50 ਹੈ ਉਹਦੇ 'ਚ ਵੀ 2 ਨੇ, ਉਹਦੇ 'ਚ ਵੀ 2 ਨੇ 540 ਔਰ 1000। ਤੇ ਸਟੀਅਰਿੰਗ ਐਡਜਸਟੇਬਲ ਹੈ ਜੀ ਹਾਂ ਸਟੀਅਰਿੰਗ ਐਡਜਸਟੇਬਲ ਹੈ। ਆ ਉੱਤੇ ਸਟੀਅਰਿੰਗ ਐਡਜਸਟੇਬਲ ਹੈ। ਇਹਦਾ ਜਿਹੜਾ ਲੀਵਰ ਹੈ ਨਜ਼ਰ ਆ ਰਿਹਾ ਹੈ, ਇਹ ਸਾਡਾ ਜਿਹੜਾ ਹੈ ਸਟੀਅਰਿੰਗ ਐਡਜਸਟੇਬਲ ਹੈ। ਸੀਟ ਵੀ ਐਡਜਸਟੇਬਲ ਹੈ। ਅੱਛਾ ਜੀ ਠੀਕ ਹੈ ਜੀ। ਸੀਟ ਔਰ ਸਟੀਅਰਿੰਗ ਸਾਡੇ ਐਡਜਸਟੇਬਲ ਨੇ ਤਾਂ ਕਿ ਡਰਾਈਵਰ ਕੰਫਰਟ ਬੈਠੇਗਾ ਤੇ ਫਿਰ ਹੀ ਅੱਛੀ ਜਿਹੜੀ ਹੈ ਨਾ ਆਪਣੀ ਉਹ ਅੱਛਾ ਕੰਮ ਕਰ ਸਕੇਗਾ। ਬਾਕੀ ਜੀ ਹੁਣ ਇਹ ਆ ਜਾਂਦੇ ਪਿੱਛੇ ਹਾਂ ਜੀ। ਤੇ ਮਾਸ਼ਾਅੱਲਾ ਪੂਰਾ ਇੱਕ ਵਾਰ ਦਿਲ ਖੁਸ਼ ਹੁੰਦਾ ਹੈ, ਪਤਾ ਨਹੀਂ ਕਿਹੜੇ ਜੈਕ ਲਾਤੇ ਕੁਝ ਸਮਝ ਨਹੀਂ ਆ ਰਹੀ। ਹਾਂ ਪਿਛਲਾ ਜੀ ਸਮਝਾਓ ਜ਼ਿਮੀਦਾਰ ਨੂੰ ਕਿਹੜੇ ਜੈਕ ਨੇ ਕਿਸ ਤਰ੍ਹਾਂ ਦੇ ਇਸਤੇਮਾਲ ਹੋ। ਦੇਖੋ ਜੀ ਇਹਦਾ ਹਾਈਡ੍ਰੋਲਿਕ ਸਿਸਟਮ ਜਿਹੜਾ ਹੈ ਉਹਦੇ ਨਾਲ ਹੈ ਜੈਕ ਨੂੰ ਸਪੋਰਟ ਕੀਤਾ ਹੈ ਤਾਂ ਕਿ ਇਹਦੀ ਲਿਫਟਿੰਗ ਕਪੈਸਿਟੀ ਨੂੰ ਹੋਰ ਵਧਾਇਆ ਜਾਏ ਔਰ ਟਰੈਕਟਰ ਦੀਆਂ ਟਿਊਬਸ ਜਿਹੜੀਆਂ ਨੇ, ਟਰੈਕਟਰ ਦਾ ਹਿੱਸਾ ਪਿਛਲਾ ਉਹਦੀ ਫਿਨਿਸ਼ਿੰਗ ਔਰ ਟਰੈਕਟਰ ਦਾ ਮਟੀਰੀਅਲ ਔਰ ਲੁੱਕ ਦਿਸਦੀ ਹੈ। ਫਿਰ ਟਰੈਕਟਰ ਦਾ ਵਜ਼ਨ ਅਸੀਂ ਚੈੱਕ ਕੀਤਾ ਹੈ। ਫਿਰ ਟਰੈਕਟਰ ਦੇ ਨਾਲ ਇੱਕ ਕੰਪਨੀ ਫਿਟਡ ਅਸੈਂਬਲੀ ਹੈ ਜਿਹਦੇ ਵਿੱਚ ਸਾਨੂੰ ਅਜ਼ਾਫੀ ਅਗਰ ਲੇਜ਼ਰ ਚਲਾਉਣਾ ਹੈ ਜਾਂ ਫਰੰਟ ਬਲੇਡ ਚਲਾਉਣਾ ਹੈ, ਫਰੰਟ ਬਕਟ ਚਲਾਉਣੀ ਹੈ, ਠੀਕ ਹੈ, ਉਹਦੇ ਵਿੱਚ ਸਾਨੂੰ ਅਜ਼ਾਫੀ ਜਿਹੜਾ ਨਾ ਅਸੈਂਬਲੀ ਹੈ, ਬਾਕੀ ਚੀਜ਼ਾਂ ਦੀ ਲੋੜ ਨਹੀਂ, ਉਹ ਵੀ ਮੌਜੂਦ। ਇਹ ਜਿਹੜੇ ਜੈਕ ਨੇ ਹਾਂ। ਇਹ ਲਿਫਟ ਕਰਨ ਵਾਸਤੇ ਇਜ਼ਾਫੀ ਲਾਏ ਨਾਲ ਜਿਵੇਂ ਆਪਣੇ ਡਿਲਕਸ ਜਾਂ ਆਪਣੇ ਲੋਕਲ ਦੇ ਵਿੱਚ ਆਏ ਨੇ ਹੁਣ ਲਾਏ ਨੇ ਉਹਨਾਂ ਹਾਂ ਮੈਂ ਤੁਹਾਨੂੰ ਦੱਸਿਆ ਕਿ ਇਹ ਜੈਕ ਦੇ ਨਾਲ ਇਹ ਟਰੈਕਟਰ ਪੂਰੇ ਨੂੰ ਇਹਦਾ ਕੰਟਰੋਲ ਅੰਦਰਲੀ ਸਾਈਡ ਤੇ ਆ ਹਾਈਡ੍ਰੋਲਿਕ ਦਾ। ਹਾਂਜੀ ਬਿਲਕੁਲ। ਇਹ ਵੈਸੇ ਹਾਂਜੀ ਸਾਡੇ ਇਹ ਜਿਹੜੇ ਜੈਕ ਨੇ ਨਾ ਇਹ ਹਾਈਡ੍ਰੋਲਿਕ ਦੇ ਹੀ ਜੈਕ ਨੇ। ਸਾਡੇ ਲੋਕਲ ਦੇ ਵਿੱਚ ਅੰਦਰ ਲੱਗੇ ਨੇ, ਉਹ ਪਤਾ ਨਹੀਂ ਛੋਟੇ ਨੇ ਵੱਡੇ ਨੇ ਜੋ ਵੀ ਹੈ। ਨਹੀਂ ਕੰਟਰੋਲ ਵੀ ਹਾਈਡ੍ਰੋਲਿਕ ਨੂੰ ਇਹੀ ਕਰਦੇ। ਹਾਂ ਇਹੀ ਕਰਦੇ ਨੇ, ਹਾਈਡ੍ਰੋਲਿਕ ਨੂੰ ਕੰਟਰੋਲ ਹੈ ਜੈਕ ਹੀ ਕਰ ਰਹੇ ਨੇ। ਠੀਕ ਹੈ ਜੀ। ਉਦੋਂ ਲਿੰਕਾਂ ਚੈੱਕ ਕਰ ਲਓ ਕਿਹੜੀ ਹੈ। ਇਹ ਟਰੈਕਟਰ ਦਾ ਜਿਹੜਾ ਟਰੈਕਟਰ ਦਾ ਮਟੀਰੀਅਲ ਔਰ ਲੈਂਥਸ ਵਾਲਾ ਸਾਰਾ ਸਿਸਟਮ ਜਿਹੜਾ ਹੈ ਉਹ ਤੁਹਾਡੇ ਕੋਲ ਬੜਾ ਵਾਜ਼ਿਹ ਹੈ। ਮੈਂ ਕਿਹਾ ਕੰਪਨੀ ਫਿਟਡ ਤੁਹਾਨੂੰ ਅਸੈਂਬਲੀ ਮਿਲਦੀ ਹੈ ਇਹਦੇ ਨਾਲ, ਠੀਕ ਹੈ। ਹੁੱਕ ਟਰੈਕਟਰ ਦੇ ਨਾਲ ਦੇ ਰਹੇ ਹਾਂ। ਪੀਟੀ ਆਪਸ਼ਨ ਮੈਂ ਪਹਿਲੇ ਦੱਸਦਾ। ਪਿਛਲੇ ਰੀਮਾਂ ਦੇ ਉੱਤੇ ਵੀ ਸਾਡੇ ਅਜ਼ਾਫੀ ਵਜ਼ਨ ਮੌਜੂਦ ਹੈ, ਜਿਹੜਾ weight ਹੈ ਮਜ਼ੀਦ ਜਿਹੜੀ ਇਹਦੀ ਟਰੈਕਸ਼ਨ ਹੈ ਉਹਨੂੰ ਅਜ਼ਾਫੀ। ਇਹ 2 ਤਰ੍ਹਾਂ ਦੇ weight ਜਿਹੜੇ ਨੇ ਇਹ ਪਿੱਛੇ ਅਸੀਂ ਕੱਸੇ ਨੇ। ਅੱਛਾ ਸਾਰੇ ਦੀ ਪ੍ਰਾਈਸ ਕੀ ਜੇ? ਇਹ ਟਰੈਕਟਰ ਜਿਹੜਾ 75 4x4 ਜੇ ਇਹ ਜੀ ਇਹਦੀ ਪ੍ਰਾਈਸ 47 ਲੱਖ ਹੈ। ਅਸੀਂ ਇਹ ਸਾਰੀਆਂ ਚੀਜ਼ਾਂ ਜਿੰਨੇ ਫੀਚਰਸ ਡਿਸਕਸ ਕੀਤੇ ਨੇ ਉਹਦੇ ਬਾਵਜੂਦ ਸਾਡੀ ਪ੍ਰਾਈਸਿਸ ਜਿਹੜੀਆਂ ਨੇ ਉਹ ਲੋਕਲ ਤੋਂ ਬਹੁਤ ਕਮ ਨੇ। ਠੀਕ ਹੈ ਨਾ ਜੀ। ਤੁਸੀਂ ਕਿੰਨੇ ਕੇ ਪ੍ਰਾਈਸ ਦੀ ਹੈ ਜੀ? 47 ਲੱਖ 47 ਲੱਖ ਰੁਪਈਆ 4x4 ਦੀ ਹੈ। 4x4 ਠੀਕ ਹੈ ਜੀ। ਇਹਦੇ ਵਿੱਚ ਤੁਸੀਂ ਕਨੋਪੀ ਨਾਲ ਦੇ ਹਾਂ ਇਹਦੇ ਵਿੱਚ ਕਨੋਪੀ, ਫਰੰਟ ਵਾਲੇ weight ਔਰ ਪਿਛਲੀ ਹੁੱਕ ਜਿਹੜੀ ਹੈ ਔਰ ਟਰੈਕਟਰ ਦੀ ਇਜ਼ਾਫੀ ਅਸੈਂਬਲੀ ਜਿਹੜੀ ਨਾਲ ਕੰਪਨੀ ਫਿਟਡ ਹੈ ਉਹ ਇਹਦੇ ਸ਼ਾਮਲ। ਇਹ ਮੋਟਾ ਹਿਸਾਬ ਲਾਈਏ ਤੇ ਕਿੰਨੇ ਦਾ ਹੋਣਾ ਜਿਹੜੇ ਇਜ਼ਾਫੀ ਅਸੀਂ ਗੱਲ ਕਰਦੇ। ਅੱਛਾ ਦੇਖੋ ਮੈਂ ਮੋਟਾ ਵੀ ਹਿਸਾਬ ਲਾਵਾਂ ਤੇ ਸਮਾਨ ਜਿਹੜਾ ਹੈ ਉਹ ਕੋਈ 2 ਤੋਂ 2.5 ਲੱਖ ਦਾ ਹੈ। ਲੱਖ ਰੁਪਏ ਦੀ ਅਸੈਂਬਲੀ, ਲੱਖ ਤੋਂ ਜ਼ਿਆਦਾ ਮੈਂ ਘੱਟ ਦੱਸਿਆ, ਸਹੀ ਕਹਿ ਰਿਹਾ, ਇਸ ਤੋਂ ਵੀ ਜ਼ਿਆਦਾ ਹੋਏ। ਲੱਖ ਰੁਪਏ ਦੀ ਅਸੈਂਬਲੀ ਹੋਏਗੀ, ਇੰਪੋਰਟਡ ਅਸੈਂਬਲੀ। ਉਸ ਤੋਂ ਬਾਅਦ ਜੀ ਅਸੈਂਬਲੀ ਲਈਏ ਨਾ 40-50 ਹਾਂ ਬਿਲਕੁਲ ਇਸ ਤਰ੍ਹਾਂ ਹੀ ਹੈ। ਔਰ ਅਸੈਂਬਲੀ ਲੱਖ ਰੁਪਏ ਦੀ ਹੈ, ਛੱਤ ਤੇ ਪਾ ਲਓ ਤੁਸੀਂ। ਉਸ ਤੋਂ ਬਾਅਦ ਮੈਂ ਤੁਹਾਨੂੰ ਇਜ਼ਾਫੀ ਵਜ਼ਨ ਕਹਿ ਰਿਹਾ, ਪਿੱਛੇ ਹੁੱਕ ਕਹਿ ਰਿਹਾ, ਇਹ ਸਮਾਨ ਤੁਸੀਂ ਸਹੀ ਕਹਿ ਰਹੇ ਹੋ 2.5 ਤੋਂ 3 ਲੱਖ ਦਾ ਬਣਦਾ।